चलो ਇਹਦਾ ਧਿਆਨ ਰੱਖਿਓ ਇਹਦਾ ਕੈਮਰੇ ਦਾ, ਠੀਕ ਹੈ। ਉਹਨੂੰ ਫਲਾਈਟ ਮੋਡ 'ਤੇ ਔਨ ਨਹੀਂ ਕੀਤਾ, ਜੇ ਕਾਲ ਆ ਗਈ ਤਾਂ ਉਹਨੇ ਬੰਦ ਹੋਈ ਨਹੀਂ, ਠੀਕ ਕੀਤਾ ਫਲਾਈਟ 'ਤੇ, ਠੀਕ ਹੈ। ਚਲੋ ਅਸੀਂ ਅੱਗੇ ਕੰਮ ਕਰੀਏ ਸ਼ੁਰੂ। ਲਾਸਟ ਟਾਈਮ ਅਸੀਂ ਟੇਬਲ ਪੜ੍ਹਦੇ ਪਏ ਸੀਗੇ, ਇੱਕ ਵਾਰ ਦੁਬਾਰਾ ਵੇਖ ਲਈਏ। ਇਹ ਲਾਈਗੈਂਡ ਸੀਗੇ ਸਾਰੇ ਨੈਗੇਟਿਵ ਵਾਲੇ, ਕੋਆਰਡੀਨੇਸ਼ਨ ਕੰਪਾਊਂਡਸ, ਇਹਨਾਂ ਦੇ ਨਾਮ ਹੈਗੇ, ਠੀਕ ਹੈ। ਇਹਨਾਂ ਦੇ ਚਾਰਜ ਲਿਖੇ ਹੋਏ, ਚਾਰਜ ਤਾਂ ਵੈਸੇ ਹੀ ਇੱਥੇ ਪਤਾ ਚੱਲ ਜਾਂਦਾ, 2 ਨੈਗੇਟਿਵ ਹੈ 1 ਨੈਗੇਟਿਵ ਹੈ, ਸਾਰੇ ਇਹਦੇ ਵਿੱਚ ਕਲੀਅਰ ਹੋ ਜਾਂਦੇ, ਕਾਫੀ ਸਾਨੂੰ ਆਲਰੇਡੀ ਪਤਾ ਹੁੰਦੇ, ਠੀਕ ਹੈ। ਕੁਛ ਨਵੇਂ ਹੈਗੇ ਆ, ਐਂਬੀਡੈਂਟੇਟ ਨਿਊਕਲੀਓਫਾਈਲ, ਜਿਵੇਂ ਅਸੀਂ CN ਤੇ NC ਪੜ੍ਹੇ ਸੀ, ਇੱਥੇ ਉਹ ਨਿਊਕਲੀਓਫਾਈਲ ਵਰਡ ਚੇਂਜ ਕਰਕੇ ਲਾਈਗੈਂਡ ਆ ਜਾਏਗਾ। ਸੋ ਮੈਟਲ ਐਟਮ ਦੇ ਨਾਲ ਕਿਹੜੇ ਇਲੈਕਟ੍ਰੋਨ ਡੋਨੇਟਿੰਗ ਵਾਲੇ ਜਾਂ ਇਲੈਕਟ੍ਰੋਨ ਰਿਚ ਵਾਲੇ ਅਸੀਂ ਜਿਹੜੇ ਵਰਡ ਯੂਜ਼ ਕਰਾਂਗੇ, ਆਇਨਸ ਹੋਣ ਜਾਂ ਐਟਮ ਹੋਣ, ਉਹ ਲਾਈਗੈਂਡਸ ਹੈਗੇ। ਇਹ ਨਿਊਟਰਲ ਲਾਈਗੈਂਡ ਸੀ, ਸ਼ਾਇਦ ਇਹ ਵੀ ਲਿਖ ਲਏ ਸੀ ਅਸੀਂ ਲਾਸਟ ਟਾਈਮ। ਇਹਨਾਂ ਕੋਈ ਚਾਰਜ ਨਹੀਂ ਹੁੰਦਾ, ਬਟ ਇਹਨਾਂ ਕੋਲ ਲੋਨ ਪੇਅਰ ਆਫ ਇਲੈਕਟ੍ਰੋਨ ਹੈ, ਜਿਵੇਂ ਫॉस्फोरस को लोन पेयर है, सल्फर को भी है, ऑक्सीजन को भी है, NO ਦੇ ਵਿੱਚ N को भी है तो O को भी है, CH3 NH2 है ਉਹਦੇ ਵਿੱਚ N को है। ਇਹਨਾਂ ਕੋਲ ਲੋਨ ਪੇਅਰ ਹੈਗੇ, ਇਹਨਾਂ ਤੇ ਕੋਈ ਚਾਰਜ ਨਹੀਂ ਹੈਗਾ, ਠੀਕ ਹੈ। ਚਾਰਜ ਸਾਰੇ 0, ਠੀਕ ਹੈ। ਇਹ ਸਾਰੇ ਹੁਣ ਸਿੰਬਲ ਸਾਨੂੰ ਪਤਾ ਹੋਣੇ ਚਾਹੀਦੇ ਜੇ, ਠੀਕ ਹੈ, ਨੇਮਿੰਗ ਵਾਸਤੇ। 1 ਨੰਬਰ ਦੀ ਨੇਮਿੰਗ ਤਾਂ ਪੱਕਾ ਨਹੀਂ ਹੈ। 2 ਮਾਰਕ ਦੀ ਕ੍ਰਿਸਟਲ ਫੀਲਡ ਸਪਲਿਟਿੰਗ ਦੇ ਉੱਪਰ ਕੁਐਸਚਨ ਆਉਂਦਾ, ਜਿਹੜਾ ਅਗਲਾ ਟੌਪਿਕ ਹੈ, ਜਾਂ ਪੈਰਾਮੈਗਨੈਟਿਕ ਸਾਲਟ ਹੈ, ਡਾਇਮੈਗਨੈਟਿਕ ਸਾਲਟ ਹੈ, ਉਹ ਨੈਕਸਟ ਟੌਪਿਕ ਹੈ। ਬਾਕੀ ਨੇਮਿੰਗ ਦੇ ਉੱਤੇ ਕੁਐਸਚਨ ਸ਼ੁਰੂ ਕਰਾਂਗੇ ਆਪਾਂ। ਫਿਰ ਬਾਈਡੈਂਟੇਟ ਅਸੀਂ ਪੜ੍ਹ ਲਏ ਸੀ, ਗਲਾਈਸੀਨੇਟੋ ਤੇ ਆਕਜ਼ੀਲੇਟੋ ਅਸੀਂ ਕੱਲ ਪੜ੍ਹ ਲਏ ਸੀ। ਬਾਈਡੈਂਟੇਟ ਨਿਊਕਲੀਓ ਹੈਗਾ ਸੀ ਨਿਊਟਰਲ, ਇਥੇਨ 1,2 ਡਾਈਮੀਨ। ਇਥੇਨ 1,2 ਡਾਈਮੀਨ ਦਾ ਫਾਰਮੂਲਾ ਦੱਸ ਸਕਦੇ ਹੋ ਕਿੱਦਾਂ ਦਾ ਬਣੇਗਾ? हाँ, इसका मीनिंग क्या होगा? इथेन 1,2 डाइमीन, 2 कार्बन 2 CH2 CH2 ਇੱਥੇ ਵੀ ਕੀ ਲੱਗ ਗਿਆ, NH2, ਇੱਕ ਇੱਥੇ NH2 ਲੱਗ ਗਿਆ। ਇੱਕ ਲੋਨ ਪੇਅਰ ਇਹਦੇ ਕੋਲ ਹੋਗਾ, ਇੱਕ ਲੋਨ ਪੇਅਰ ਦੇਖੋ ਇਹਦੇ ਕੋਲ ਹੋਗਾ, ਇੱਕ ਲੋਨ ਪੇਅਰ ਇਹਦੇ ਕੋਲ ਲਗਾ, ਠੀਕ ਹੈ। ਇਸ ਵਿੱਚ ਚੀਜ਼ ਕਲੀਅਰ ਹੋ ਜਾਏਗੀ। ਪਹਿਲਾਂ ਹੁਣ ਆਪਾਂ ਨੈਕਸਟ ਕਰਨਾ, ਇੱਥੋਂ ਦੀ ਸ਼ੁਰੂ ਕਰਨਾ ਆਪਾਂ ਕੰਮ ਅੱਜ, ਚਿਲੇਟਿੰਗ ਲਾਈਗੈਂਡਸ, ਠੀਕ ਹੈ। ਸੋ ਇਹਨਾਂ ਦੇ ਨਾਮ ਆਪਣੀ ਕਾਪੀ 'ਤੇ ਹੈਡਿੰਗ ਪਾ ਲਓ। ਚਿਲੇਟਿੰਗ ਲਾਈਗੈਂਡਸ ਕਿਹੜੇ ਹੁੰਦੇ ਆ, ਠੀਕ ਹੈ। क्लोज रिंग टाइप होंगे पहला, ठीक है। चलो बाकी सब बात में, पहले इसको फोकस करो, ठीक है। पॉलीडेंटेट लाइगेंड होना चाहिए, ठीक है। क्लोज्ड रिंग लाइक स्ट्रक्चर बनेगा जिन्होंने विच लाइगेंड केड़ा होएगा, पॉलीडेंट। क्यों की होया? डस्ट पैगी में लगता, डस्ट ज़्यादा पैगी। अक्खा बंद कर लो थोड़ी देर, बंद कर लो। हाँ, अच्छे विचार हैं, सुविचार, ठीक है, जो मन में है विचार, बिल्कुल बिल्कुल। अच्छा ध्यान रखना, चिलेटिंग लाइगेंड दे विच की हुंदा है, क्लोज्ड रिंग स्ट्रक्चर बनेगा। ते लाइगेंड किहड़ा होना चाहिए? पॉलीडेंटेट का मतलब जिहदे विच 3 तो ज़्यादा बॉन्ड बनते होण, ठीक है। मोनोडेंटेट च एक बनता है, बाईडेंटेट च 2 होंगे, ग्लाइसिन तो ऑक्सीलेट तो। पॉलीडेंटेट दे विच 2 तो वध है, जिवें देखो ए वाला M कौन है इहदे विच, इस स्ट्रक्चर च M कौन है? बोलो M कौन है? मेटा। विकट फोन छाड़ दे, फोन छाड़ दे। मेटल लगी है, NH2 CH2 CH2 NH2। ए देखो रिंग बन गई। ए मतलब लाइगेंड इधरों भी अटैक कर रहा है, इधरों भी कर रहा है, पूरा की बन गई, एक रिंग बन गई है, ठीक है। सो ਅਸੀਂ ਇਹਨੂੰ ਕੀ ਕਹਾਂਗੇ? ਚਿਲੇਟਿੰਗ ਲਾਈਗੈਂਡ ਕਹਾਂਗੇ ਇਹਨੂੰ। ਇਹਦੀ ਇੰਪੋਰਟੈਂਸ ਕੀ ਹੈ? ਇਟ ਫਾਰਮ ਮੋਰ ਕੰਪਲੈਕਸ ਟੇਬਲ, ਠੀਕ ਹੈ। ਜਿਹੜਾ ਸਾਡਾ ਕੋਆਰਡੀਨੇਸ਼ਨ ਕੰਪਲੈਕਸ ਹੋਏਗਾ ਉਹ ਜ਼ਿਆਦਾ ਸਟੇਬਲ ਬਣ ਜਾਏਗਾ, ਕਿਉਂਕਿ ਜਗ੍ਹਾ ਹੀ ਨਹੀਂ ਬਚੇਗੀ ਕਿਸੇ ਹੋਰ ਫੋਰਨ ਪਾਰਟੀਕਲ ਦੀ ਅਟੈਕ ਕਰਨ ਦੀ। ਇਹ ਜਲਦੀ ਕਿਤੇ ਟੁੱਟਦਾ ਵੀ ਨਹੀਂ ਹੈ, ਠੀਕ ਹੈ। ਸੋ ਲਿਖ ਲਓ ਸਟਰਕਚਰ ਇਹਦਾ। ਸੋ ਦਿਸ ਇਜ਼ ਨੋਨ ਅ ਚਿਲੇਟਿੰਗ ਇਫੈਕਟ। ਸੋ ਪੇਪਰ ਦੇ ਵਿੱਚ ਸਟੇਟਮੈਂਟ ਟਰੂ ਫਾਲਸ ਆ ਸਕਦੀ ਚਿਲੇਟਿੰਗ ਇਫੈਕਟ ਦੇ ਉੱਪਰ ਕਿ ਇਨ ਚਿਲੇਟਿੰਗ ਲਾਈਗੈਂਡਸ ਵੀ ਹੈਵ ਰਿੰਗ ਲਾਈਕ ਸਟਰਕਚਰ, ਟਰੂ ਹੈ। ਫਿਰ ਨੀਚੇ ਰੀਜ਼ਨ ਲਿਖਿਆ ਹੋਏਗਾ ਜਾਂ ਅਸਰਸ਼ਨ ਲਿਖੀ ਹੋਏਗੀ ਕਿ ਚਿਲੇਟਿੰਗ ਲਾਈਗੈਂਡ ਦੇ ਵਿੱਚ ਐਕਸਟਰਾ ਸਟੇਬਿਲਿਟੀ ਹੁੰਦੀ ਹੈ ਡਿਊ ਟੂ ਲਿੰਕ ਲਾਈਕ ਸਟਰਕਚਰ, ਉਹ ਵੀ ਟਰੂ ਹੈ, ਠੀਕ ਹੈ। ਸੋ ਅਸਰਸ਼ਨ ਰੀਜ਼ਨ ਕੁਐਸਚਨ ਦੇ ਵਿੱਚ ਨਾ ਚਿਲੇਟਿੰਗ ਇਫੈਕਟ ਦੇ ਉੱਪਰ ਕੁਐਸਚਨ ਬਣ ਜਾਣਗੇ, ਠੀਕ ਹੈ। ਲੱਗ ਗਿਆ ਪਤਾ? ਸੋ ਰਿੰਗ ਬਣਨੀ ਬੜੀ ਜ਼ਰੂਰੀ ਹੈ, 2 ਜਾਂ 2 ਤੋਂ ਵੱਧ ਬੌਂਡਿੰਗਸ ਬਣਦੀਆਂ ਇਹਦੇ ਵਿੱਚ, ਠੀਕ ਹੈ। कर ले नोट। हुण यूजेस की है, मैं पहला यूज तुहानूं दस्सण लगा सी, वही लिखिया होया सॉफ्टनिंग ऑफ हार्ड वाटर। पहाड़ी पानी जिहड़ा पहाड़ों तो पानी आंदा ना, उह डिटर्जेंट यूज़ करते, सोप नहीं यूज़ करते। तो वो वाले पानी नाल असीं मतलब नहाना होवे ना, तो आपां अपनी बॉडी डिटर्जेंट थोड़ा मलांगे, सोप यूज़ करते हैं ना, तो सानूं वाटर नूं की करना पैना, सॉफ्ट करना पैना। तो उस जगह ते जिहड़े सोप प्रोवाइड होंदे ना सानूं मिलदे है,
ਉਹਨਾਂ ਦੇ ਵਿੱਚ ਆਲਰੇਡੀ ਚਿਲੇਟਿੰਗ ਲਾਈਗੈਂਡਸ ਪਏ ਹੁੰਦੇ ਜਿਹੜੇ ਪਾਣੀ ਦੇ ਨਾਲ ਇੱਕ ਕੰਪਲੈਕਸ ਬਣਾ ਲੈਂਦੇ ਹੈਗੇ ਆ ਕਿ ਉਹ ਹਾਰਡਨੈਸ, ਪਾਣੀ ਦੇ ਅੰਦਰ ਹਾਰਡਨੈਸ ਕੌਣ ਪ੍ਰੋਵਾਈਡ ਕਰਦਾ ਪਤਾ ਤੁਹਾਨੂੰ? ਪਾਣੀ ਦੇ ਅੰਦਰ ਹਾਰਡਨੈਸ ਪ੍ਰੋਵਾਈਡ ਕੌਣ ਕਰਦਾ ਪਤਾ? ਮੈਗਨੀਸ਼ੀਅਮ 2% ਦੇਖੋ ਇੱਧਰ, ਮੈਗਨੀਸ਼ੀਅਮ ਤੇ ਕੈਲਸ਼ੀਅਮ ਦੇ ਆਇਨ ਨਾ ਪਾਣੀ ਦੇ ਵਿੱਚ ਹੋਣਗੇ ਨਾ ਤੇ ਪਾਣੀ ਹਾਰਡ ਹੁੰਦਾ, ਇਹਨਾਂ ਝੱਗ ਨਹੀਂ ਬਣਦੀ ਤੇ ਕਲੀਨਿੰਗ ਐਕਸ਼ਨ ਡਿਲੇ ਹੋ ਜਾਂਦਾ ਸੋਪ ਦਾ। ਤੇ ਜਿਹੜਾ ਸਾਡਾ ਸੋਪ ਦੇ ਵਿੱਚ ਚਿਲੇਟਿੰਗ ਆਇਨ ਹੋਏਗਾ ਨਾ, ਉਹ ਜਿੱਦਾਂ ਹੀ ਅਸੀਂ ਪਾਣੀ ਨੂੰ ਕੰਟੈਕਟ 'ਚ ਲੈ ਕੇ ਆਵਾਂਗੇ, ਪਾਣੀ ਦੇ Mg ਤੇ ਕੈਲਸ਼ੀਅਮ ਆਇਨ ਉਹਦੇ ਨਾਲ ਇੱਕ ਸਟੇਬਲ ਕੰਪਲੈਕਸ ਬਣਾ ਲੈਣਗੇ। ਮਤਲਬ ਜਿੰਨੇ ਮੈਗਨੀਸ਼ੀਅਮ ਤੇ ਕੈਲਸ਼ੀਅਮ ਹੋਣਗੇ ਸਾਰੇ ਯੂਜ਼ਡ ਹੋ ਜਾਣੇ ਇਨ ਬਿਟਵੀਨ, ਸਾਰੇ ਯੂਜ਼ਡ ਹੋ ਗਏ। ਨਵਾਂ ਸਾਡੇ ਕੋਲ ਮੈਗਨੀਸ਼ੀਅਮ ਕੈਲਸ਼ੀਅਮ ਬਚਿਆ ਨਹੀਂ, ਸੋਪ ਦਾ ਕਲੀਨਿੰਗ ਐਕਸ਼ਨ ਕੀ ਹੋ ਗਿਆ? ਇੰਪਰੂਵ। ਠੀਕ ਹੈ, ਸੋਪ ਦੇ ਕਲੀਨਿੰਗ ਐਕਸ਼ਨ ਨੂੰ ਰੋਕਦਾ ਕੌਣ ਹੈ? ਇਹ ਦੋਨੋਂ, ਇਹਨਾਂ ਦੇ ਕਰਕੇ ਵਾਟਰ ਹਾਰਡਨੈਸ ਕਹਿੰਦੇ ਪਾਣੀ ਦੀ। ਤੇ ਚਿਲੇਟਿੰਗ ਆਇਨ ਕੀ ਕਰਦਾ? ਇਹਨਾਂ ਨਾਲ ਰਿੰਗ ਲਾਈਕ ਕੰਪਲੈਕਸ ਬਣਾ ਲੈਂਦਾ, ਉਹ ਬਹੁਤ ਸਟੇਬਲ ਹੁੰਦਾ ਹੈ। ਇਹ ਸਾਰੇ ਉਹ ਕੰਪਲੈਕਸ ਬਣਾਉਣ 'ਚ ਬਿਜ਼ੀ ਹੋ ਜਾਂਦੇ ਆ, ਬਾਕੀ ਸੋਪ ਆਪਣਾ ਕਲੀਨਿੰਗ ਐਕਸ਼ਨ ਕਰਦਾ। ਠੀਕ ਹੈ, ਸੋ ਇਹ ਚੀਜ਼ ਕਲੀਅਰ ਹੋ ਗਈ। ਪਹਿਲਾਂ ਸੌਫਟਨਿੰਗ ਆਫ ਹਾਰਡ ਵਾਟਰ, ਫਿਰ ਡਿਟੈਕਸ਼ਨ ਆਫ ਮੈਟਲ ਆਇਨ, ਬੜਾ ਜ਼ਰੂਰੀ ਗਾ ਜੇ। ਠੀਕ ਹੈ, ਕਿਸੇ ਵੀ ਸੈਂਪਲ ਵਿੱਚ ਮੈਟਲ ਹੈਗਾ ਕਿ ਨਹੀਂ ਹੈਗਾ, ਤੁਸੀਂ ਉਹਦੇ 'ਚ ਚਿਲੇਟਿੰਗ ਲਾਈਗੈਂਡ ਪਾ ਦਿਓ, ਉਹਦੇ ਐਕੋ ਸੋਲਿਊਸ਼ਨ ਦੇ ਵਿੱਚ ਜਿੰਨੇ ਵੀ ਮੈਟਲ ਹੋਣਗੇ ਸਾਰੇ ਕੰਪਲੈਕਸ ਬਣਾ ਕੇ ਸੈਟਲ ਹੋ ਜਾਣਗੇ, ਤੇ ਸਾਨੂੰ ਪਤਾ ਚੱਲ ਗਿਆ ਸੀ ਕਿ ਇਹਦੇ ਵਿੱਚ ਮੈਟਲ ਹੈਗਾ। ਠੀਕ ਹੈ, ਫਿਰ ਸੈਪਰੇਸ਼ਨ ਆਫ F ਬਲੌਕ ਐਲੀਮੈਂਟਸ, ਵੈਰੀ ਇੰਪੋਰਟੈਂਟ। ਤੁਹਾਡੇ ਕੋਲ ਇਨਆਰਗੈਨਿਕ ਅਸੀਂ ਅਰਥ ਕਰਸਟ ਵਿੱਚ ਮਿੱਟੀ ਕੱਢੀ, ਉਹਦੇ ਵਿੱਚ ਕੁਝ F ਬਲੌਕ ਐਲੀਮੈਂਟਸ ਹੈਗੇ ਆ ਕਿ ਨਹੀਂ ਹੈਗੇ, ਅਸੀਂ ਕੀ ਕਰਾਂਗੇ? ਚਿਲੇਟਿੰਗ ਲਾਈਗੈਂਡ ਪਾ ਦਾਂਗੇ। ਜਿਹੜੇ ਚਿਲੇਟਿੰਗ ਲਾਈਗੈਂਡਸ ਹੋਣਗੇ ਬੜੇ ਈਜ਼ੀਲੀ ਮੈਗਨੀਸ਼ੀਅਮ ਕੈਲਸ਼ੀਅਮ ਜਿਹੜੇ S ਬਲੌਕ ਵਾਲੇ ਮੈਟਲਸ ਉਹਨਾਂ ਰਿਐਕਟ ਕਰ ਜਾਣਗੇ, D ਬਲੌਕ ਨਾਲ ਵੀ ਕਰ ਜਾਣਗੇ, F ਬਲੌਕ ਵਾਲੇ ਵੱਖਰੇ ਹੋ ਕੇ ਬੈਠੇ ਹੋਣਗੇ, ਉਹ ਸੈਪਰੇਟ ਆਊਟ ਕਰ ਲਾਂਗੇ। ਠੀਕ ਹੈ, ਸੋ ਕਲੀਅਰ ਹੋ ਗਿਆ। ਚਿਲੇਟਿੰਗ ਲਾਈਗੈਂਡ ਕਿਹੜੇ ਹੁੰਦੇ ਆ? ਮੋਨੋਡੈਂਟੇਟ ਹੋਣਗੇ, ਬਾਈਡੈਂਟੇਟ ਹੋਣਗੇ ਕਿ ਪੋਲੀਡੈਂਟੇਟ? ਪੋਲੀ। ਦੂਜਾ ਸਟ੍ਰੇਟ ਸਟਰਕਚਰ ਬਣਾਉਣਗੇ ਕਿ ਰਿੰਗ ਲਾਈਕ? ਮੋਰ ਸਟੇਬਿਲਿਟੀ ਹੋਏਗੀ, ਲੈਸ ਸਟੇਬਿਲਿਟੀ? ਮੋਰ ਸਟੇਬਿਲਿਟੀ। ਸੋ 3 ਪੁਆਇੰਟਸ, ਇਹ ਤਿੰਨੇ ਪੁਆਇੰਟਸ ਦਾ ਟੋਟਲ ਕਨਕਲੂਜਨ ਨਿਕਲਦਾ ਚਿਲੇਟਿੰਗ ਇਫੈਕਟ। ਠੀਕ ਹੈ, ਨੈਕਸਟ। ਅੱਛਾ, ਅਗਲਾ ਟੌਪਿਕ ਸਾਡੇ ਕੋਲ ਕਿਹੜਾ ਹੈਗਾ ਹੁਣ? ਕੋਆਰਡੀਨੇਸ਼ਨ ਐਂਟੀਟੀ। ਐਂਟੀਟੀ ਪਤਾ ਕੀ ਚੀਜ਼ ਹੁੰਦੀ ਹੈ? ਐਂਟੀਟੀ ਮੇਰੇ ਕੋਲ ਇੱਕ ਗਰੁੱਪ ਆਫ ਐਟਮ ਹੈ। ਠੀਕ ਹੈ, ਇੱਕ ਗਰੁੱਪ ਆਫ ਐਟਮ ਹੈ, ਉਹਦੇ ਬਾਰੇ ਡਿਸਕਸ ਕਰਨਾ ਕਿ ਜਿਨ੍ਹਾਂ ਦੇ ਵਿੱਚ ਕੀ ਹੋਏਗਾ? ਗਰੁੱਪ ਆਫ ਐਟਮ ਹੋਣਗੇ, ਸੈਂਟਰਲ ਮੈਟਲ ਐਟਮ ਹੋਏਗਾ ਤੇ ਉਹਦੇ ਲਾਈਗੈਂਡ ਹੋਣਗੇ ਵਿਚ ਆਰ ਡਾਇਰੈਕਟਲੀ ਅਟੈਚ ਟੂ ਈਚ ਐਨਕਲੋਜ਼ਡ ਇਨ ਅ ਸਕੁਅਰ ਬ੍ਰੈਕਟ। ਅਸੀਂ ਉਹਨੂੰ ਕਿਹੜੀ ਫਾਰਮ 'ਚ ਲਿਖਾਂਗੇ? ਸਕੁਅਰ ਬ੍ਰੈਕਟ। ਆ ਦੇਖੋ FeCN6 ਨੈਗੇਟਿਵ ਹੈ। Fe ਮੈਟਲ ਲੱਗੀ, ਸੈਂਟਰਲ ਮੈਟਲ, ਕਿੰਨੇ ਸਾਈਨਡ ਲੱਗੇ ਉਹਦੇ ਨਾਲ ਆਲੇ ਦੁਆਲੇ? 6 ਲੱਗੇ। ਸਕੁਅਰ ਬ੍ਰੈਕਟ ਦੇ ਵਿੱਚ ਪਾਇਆ ਇਹਨੂੰ, ਬਾਹਰ ਚਾਰਜ ਆ ਗਿਆ। ਜੇ ਇਹ ਚਾਰਜ ਆ ਗਿਆ ਤੇ ਇਹ ਮਤਲਬ ਅਨਾਇਨਿਕ ਕੋਆਰਡੀਨੇਸ਼ਨ ਕੰਪਲੈਕਸ ਹੈ। ਜੇ ਪੋਜ਼ਿਟਿਵ ਹੁੰਦਾ ਇੱਥੇ ਤੇ ਕਟਾਇਨਿਕ ਹੁੰਦਾ, ਤੇ ਜੇ ਕੋਈ ਚਾਰਜ ਨਾ ਹੁੰਦਾ ਤੇ ਕੀ ਹੁੰਦਾ? ਨਿਊਟਰਲ। ਸੋ ਇਹਨੂੰ ਅਸੀਂ ਪੂਰੇ ਗਰੁੱਪ ਨੂੰ ਕੀ ਕਹਿੰਦੇ ਆ? ਕੋਆਰਡੀਨੇਸ਼ਨ ਐਂਟੀਟੀ। ਕੀ ਕਹਿੰਦੇ ਇਹਨੂੰ? लिखो। हाँ, टेट्रा हेक्स, ये हेक्स है, हेक्सासाइनाइड। हाँ, आयरन बोलो, फेरो बोल देंगे इसको। हाँ, ठीक है। ये देखो पहले हेडिंग से जो पॉइंट्स में हाईलाइट किए ना लिख लो। पहला कोऑर्डिनेशन एंटिटी लिखो, और सिर्फ बुलेट्स बना लो, या पॉइंट 1, पॉइंट 2, पॉइंट 3। सेंट्रल मैटर एटम किना कनैक्टेड है अपने लाइगेंड्स के नाल। हुण लाइगेंड्स मोनो होण, बाय होण, पॉली होण, जिन्ने मर्जी रिंग बनान ना बनान, जो कुछ है वो स्क्वायर ब्रैकेट दे विच ही लिखना। जिवें +1 डायमेंशनल एनालिसिस करते हैं, डायमेंशनल फार्मूला तरीका है कि स्क्वायर ब्रैकेट दे विच ही लिखना, उन्होंने ही डायमेंशनल फार्मूला बोलते हैं। ऐसे तरीके कोऑर्डिनेशन एंटिटी भी स्क्वायर ब्रैकेट के अंदर ही होनी चाहिए। लिख लो इनू माड़ा मोटा ज, जो तुम्हें अच्छा लगता है, योर बॉडी योर चॉइस। ठीक है, ऐसे कोऑर्डिनेशन एंटिटी बारे सिर्फ पॉइंट्स से लिखना। ठीक है, इन्हें कोऑर्डिनेशन सफेयर भी कहांगे आपां। ठीक है, सो कोऑर्डिनेशन एंटिटी का दूसरा नाम की है? कोऑर्डिनेशन सफेयर। ठीक है, चीज क्लियर हो गई है वाली? क्या लिखा है? केड़ा करना वे? वो तो अगे गया काउंट, हले काउंटर आने तो पढ़ना, हले ऊपरला पार्ट कर लिया सारा। हुण नेक्स्ट देखो टर्म्स की है, देखो काउंटर आयन। देखो आयनाइजेबल ग्रुप्स रिटन आउटसाइड द स्क्वायर ब्रैकेट। स्क्वायर ब्रैकेट है लिखी हुई ना पूरी, इस तो बाहर वाले जिन्ने भी
ਐਟਮ ਹੋਣਗੇ, ਗਰੁੱਪ ਹੋਣਗੇ, ਆਇਨ ਹੋਣ, ਕਟਾਇਨ ਹੋਣ, ਅਨਾਇਨ ਹੋਣ, ਉਹ ਜੋ ਵੀ ਹੈਗੇ ਸਾਰੇ ਕੌਣ ਹੈ? ਕਾਊਂਟਰ ਆਇਨ। ਇਹਦਾ ਮੀਨਿੰਗ ਕੋਆਰਡੀਨੇਸ਼ਨ ਕੰਪਲੈਕਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਕੋਆਰਡੀਨੇਸ਼ਨ ਐਂਟੀਟੀ, ਠੀਕ ਹੈ, ਜਿਹੜੀ ਸਕੁਅਰ ਬ੍ਰੈਕਟ ਦੇ ਅੰਦਰ ਲਿਖੀ ਹੋਏਗੀ, ਉਹਦੇ ਬਾਹਰ ਜੋ ਵੀ ਲਿਖਿਆ ਹੋਏਗਾ ਕੌਣ ਹੈ? ਕਾਊਂਟਰ ਆਇਨ ਹੋਏਗਾ। ਜਿਵੇਂ ਦੇਖੋ ਇਹਦੇ ਵਿੱਚ ਦੱਸੋ K4 FeCN6 ਚ ਕੋਆਰਡੀਨੇਸ਼ਨ ਐਂਟੀਟੀ ਕੌਣ ਹੈ? FeCN6 ਸਕੁਅਰ ਬ੍ਰੈਕਟ ਸਾਰੀ ਕੋਆਰਡੀਨੇਸ਼ਨ ਐਂਟੀਟੀ ਹੈ, ਤੇ ਆ K ਕੌਣ ਹੈ? ਕਾਊਂਟਰ ਆਇਨ। ਇਹਦੇ ਉੱਤੇ ਪੂਰਾ ਚਾਰਜ ਕਿੰਨਾ ਸੀ? -4। K ਦੇ ਉੱਪਰ ਕਿੰਨਾ ਹੁੰਦਾ? +1। ਤਾਂ K ਪਲੱਸ ਕੌਣ ਹੈ? ਕਾਊਂਟਰ ਆਇਨ। ਕਾਊਂਟਰ ਆਇਨ 4 ਤਾਂ ਹੈ ਨਾ ਕ੍ਰਿਸ ਕ੍ਰਾਸ ਕਰਕੇ, ਜੋ ਤੁਸੀਂ ਇਹਦਾ ਬੌਂਡ ਬਣਾਉਂਦੇ ਹੋ ਸੇਮ ਹੈ ਜੋ ਕਲਾਸ 9th ਵਿੱਚ ਪਹਿਲੀ ਵਾਰੀ ਤੁਸੀਂ ਪੜ੍ਹਿਆ ਸੀ। FeCN6 4 ਨੈਗੇਟਿਵ, ਕ੍ਰਿਸ ਕ੍ਰਾਸ ਕਰਾਂਗੇ 4 ਉਹਦੇ ਪੈਰਾਂ 'ਚ ਆ ਗਿਆ, 4 ਉਹਦੇ ਪੈਰਾਂ 'ਚ ਆ ਗਿਆ ਤੇ 1 ਇੱਥੇ ਆ ਗਿਆ। ਠੀਕ ਹੈ, ਰਹਿਣ ਦਿਓ, ਕੋਈ ਗੱਲ ਨਹੀਂ, ਬਸ ਬਾਅਦ 'ਚ ਹੈ। ਹਾਂ, ਇਹਨੂੰ ਨੋਟ ਕਰ ਲਓ। ਕਾਊਂਟਰ ਆਇਨ ਦੇ ਉੱਤੇ ਜਿਹੜੇ ਪੁਆਇੰਟਸ ਹਾਈਲਾਈਟ ਕੀਤੇ ਲਿਖੋ ਤੇ ਬਣਾਓ। ਸੋ ਜਿਹੜੀ ਟਰਮਸ ਅਸੀਂ ਪੜ੍ਹਨੀ ਹੈ ਨਾ ਉਹਦੇ ਬਾਰੇ ਸਾਰਾ ਡਿਸਕਸ ਕਰ ਲਿਆ ਆਪਾਂ। ਪਹਿਲਾਂ ਤਾਂ ਕੋਆਰਡੀਨੇਸ਼ਨ ਐਂਟੀਟੀ ਪੜ੍ਹ ਲਈ, ਫਿਰ ਕਾਊਂਟਰ ਆਇਨ ਜੋ ਬਾਹਰ ਵਾਲਾ ਆਇਨ ਹੁੰਦਾ, ਠੀਕ ਹੈ, ਲਿਖ ਲੈਣਾ। ਕਾਊਂਟਰ ਆਇਨ ਮੈਂਸ਼ਨ ਕਰਤਾ, ਐਗਜ਼ਾਮਪਲ ਲਿਖ ਲਈ, ਠੀਕ ਹੈ। ਇਸ ਤੋਂ ਅਗਲਾ ਕੌਣ ਹੈ? ਪੜ੍ਹੋ ਕੀ ਲਿਖਿਆ ਹੈ? ਪੋਲੀਹੈਡਰਨ। ਜਿਹੜਾ ਤੁਹਾਡੇ ਕੋਆਰਡੀਨੇਸ਼ਨ ਪੋਲੀਹੈਡਰਨ ਕੀ ਚੀਜ਼ ਹੁੰਦੀ ਗਈ ਹੈ? ਜਿਹੜਾ ਤੁਹਾਡਾ ਕੋਆਰਡੀਨੇਸ਼ਨ ਐਂਟੀਟੀ ਹੈਗੀ ਸੀ, ਜਿਹੜੀ ਤੁਹਾਨੂੰ ਪਤਾ ਸੀ ਸਕੁਅਰ ਬ੍ਰੈਕਟ ਦੇ ਵਿੱਚ, ਉਹਦਾ 3D ਸਟਰਕਚਰ ਡਰਾ ਕਰਨਾ, ਉਹਨੂੰ ਕੀ ਕਹਿੰਦੇ ਆ? ਕੋਆਰਡੀਨੇਸ਼ਨ ਪੋਲੀਹੈਡਰਨ। ਪੋਲੀਹੈਡਰਨ ਪਤਾ ਕੀ ਚੀਜ਼ ਹੁੰਦਾ? ਇੱਕ 3 ਡਾਇਮੈਂਸ਼ਨਲ ਸਟਰਕਚਰ ਹੈ, ਕਲੋਜ਼ਡ ਹੈਗਾ, ਜਿਹਦੀ ਬੜੀ ਸਾਰੀ ਸਾਈਡਸ ਹੈਗੀਆਂ, ਠੀਕ ਹੈ। ਜਿਵੇਂ ਕਿਊਬ ਹੈ, 8 ਕਿੰਨੇ 12 ਐਜ ਹੁੰਦੇ ਕਿਊਬ ਦੇ, ਕਿਊਬੋਇਡ ਦੇ 12 ਐਜ ਹੁੰਦੇ ਆ। ਫਿਰ ਕਿਊਬ ਤੋਂ ਬਾਅਦ ਹੋਰ ਵੱਡੀ ਸ਼ੇਪ ਕਰ ਦਿਓ ਤੁਸੀਂ, 3D ਬਣਾ ਦਿਓ, ਔਕਟਾਗਨ ਕਾਈਂਡ ਆਫ ਬਣਾ ਦਿਓ। ਔਕਟਾਗਨ ਤਾਂ ਅਸੀਂ 2D 'ਚ ਬਣਾਉਂਦੇ ਹਾਂ, ਇਹਦੇ ਵਰਗੇ 3D ਚੇਂਜ ਕਰ ਦਿਓ। ਇਹ ਸਾਰੀਆਂ ਸ਼ੇਪ ਨੂੰ ਕਹਿੰਦੇ ਪੋਲੀਹੈਡਰਨ, ਮੈਨੀ ਸਾਈਡਡ, ਠੀਕ ਹੈ। ਜਿਵੇਂ ਐਗਜ਼ਾਮਪਲ ਦਿੱਤੀ, ਦੇਖੋ ਕਿਹੜੀ ਸ਼ੇਪ ਹੈਗੀ ਪਹਿਲਾਂ? ਸੈਂਟਰ ਦੇ ਨਾਲ 6 ਲੱਗੇ ਹੋਣਗੇ। ਔਕਟਾਡਲ 'ਚ ਕਿੰਨੇ ਲੱਗੇ ਹੁੰਦੇ ਸੈਂਟਰ ਦੇ ਨਾਲ? 6। 4 ਸੇਮ ਪਲੇਨ 'ਚ ਹੈ, ਦੇਖੋ 1 2 3 4 ਸੇਮ ਪਲੇਨ 'ਚ ਹੈ, ਤੇ ਇੱਕ ਉੱਪਰ ਹੈ, ਇੱਕ ਇੱਧਰ ਹੈ ਨੀਚੇ। ਮਤਲਬ ਜਿਵੇਂ ਮੇਰਾ ਹੱਥ ਹੈ ਨਾ ਇੱਦਾਂ, ਇੱਥੇ ਸੈਂਟਰ ਤੇ ਮੈਟਲ ਐਟਮ ਹੋਏਗਾ, ਇੱਕ ਇਹਦੇ ਲਾਈਗੈਂਡ ਉੱਪਰ ਹੋਏਗਾ, ਇੱਕ ਲਾਈਗੈਂਡ ਕਿੱਧਰ ਹੋਏਗਾ? ਨੀਚੇ। ਤੇ ਬਾਕੀ 4 ਪਲੇਨ 'ਚ ਹੋਣਗੇ, 2 ਬਾਹਰ ਨੂੰ ਹੋਣਗੇ ਤੇ 2 ਅੰਦਰ ਨੂੰ। ਜਿਹੜੇ ਬਾਹਰ ਨੂੰ ਗਏ ਸੋਲਿਡ ਨਾਲ ਸ਼ੋ ਕਰਤੇ, ਜਿਹੜੇ ਅੰਦਰ ਨੂੰ ਗਏ ਉਹ ਡੈਸ਼ ਕਰਤੇ। ਸਮਝ ਲੱਗਿਆ ਪਹਿਲਾਂ? ਠੀਕ ਹੈ। ਇਹਦਾ ਮਤਲਬ ਹੋਇਆ ਕਿ ਇਹ ਜਿਹੜਾ ਆਪ ਜਿਹੜੇ ਸਿੰਗਲ ਲਾਈਨ ਵਾਲੇ ਨੇ ਐਕਸ ਵਾਲੇ ਆ ਉੱਪਰ ਨੀਚੇ, ਇਹ ਹੈਗੇ ਅਲੋਂਗ ਵਾਈ ਐਕਸਿਸ। ਜਿਹੜੇ ਇਹ ਵਾਲੇ ਮੇਕ ਹੋ ਗਿਆ, ਇਹ ਸੋਲਿਡ ਵਾਲੇ ਇਹ ਬਾਹਰ ਵੱਲ ਨੂੰ ਹੈ, ਜ਼ੈਡ ਐਕਸ ਪਲੇਨ ਦੇ ਵਿੱਚ ਆਊਟਸਾਈਡ। ਡੈਸ਼ ਵਾਲੇ ਜ਼ੈਡ ਐਕਸ ਪਲੇਨ 'ਚ ਕਿੱਧਰ ਹੈ? ਇਨਸਾਈਡ। ਠੀਕ ਹੈ। ਆਹ ਕਿਹੜੀ ਸ਼ੇਪ ਹੈ? ਇਹ ਕੀ ਸ਼ੇਪ ਹੈ? ਜਿਹੜਾ ਸਟੈਂਡ ਪਿਆ ਦੇਖੋ, ਇਹ ਸ਼ੇਪ ਹੈ ਟੈਟਰਾहेड्रल, ਠੀਕ ਹੈ ਨਾ। तो ये जो साडा ਹੁੰਦਾ ना फोन ਦਾ ਸਟੈਂਡ ਹੈ, ਜਿਵੇਂ ਉਹ ਵੀ ਇਦਾਂ ਦੀ ਸ਼ੇਪ ਹੈ ਨਾ। ਨੀਚੇ 3 ਟ੍ਰਾਈਪੋਡ ਹੈ, 3 ਲੈਗਸ ਨੀਚੇ ਹੈ, ਇੱਕ ਟੌਪ ਤੇ ਹੈ, ਸੇਮ ਸ਼ੇਪ। ਆ ਦੇਖੋ ਇਹ ਤੇ ਇਹ ਸੇਮ ਪਲੇਨ 'ਚ ਹੈ, ਇਹ ਦੋਨੋਂ ਸੇਮ ਪਲੇਨ 'ਚ ਹੈ। ਆ ਕਿੱਧਰ ਹੈ? ਬਾਹਰ, ਤੇ ਇਹ ਕਿੱਧਰ ਹੈ? ਅੰਦਰ, ਤਾਂ ਕਿ ਪੂਰਾ ट्राइपॉड इदा बन जाए। समझ लगी पहला? उसकी भी टांगे टूटी हुई है। चलो भगवान सब ठीक करेगा, ठीक है। एक समय आएगा जब तुम्हें बुद्धि मिलेगी, होपफुली वो जल्दी आ जाए समय। नहीं ठीक है, सब ठीक है, तुम्हारा जायज़ है। नहीं नहीं ओगे ओगे पहुँचे हैं वो। कर ले नोट, लिख लिया, लिख लो थोड़ा जिहा, थोड़ा बहुत लिख ली तो ਹੁੰਦਾ ਵਧੀਆ ਰਹਿੰਦਾ। ਹੈਡਿੰਗ ਪਾ ਲਿਆ ਕਰੋ ਤੇ ਡਾਇਗਰਾਮ ਜੇ ਸਟਰਕਚਰ ਨੂੰ ਡਰਾ ਕਰ ਲਿਆ ਕਰੋ, ਬਸ हाथ चलता रहे ना, नींद घट आती है। सही बात है। तुम भी सदुपयोग करो, लिखते रहना चाहिए। हाँ हाथों का सदुपयोग करो। ठीक ठीक, कोई बात नहीं। कोई मैं ਕਿਸੇ ਦਿਨ ਆਉਣਾ ਤੁਹਾਡੇ ਵੱਲ, ਫਿਰ ਮੈਂ ਘਰ ਦੇ ਨੂੰ ਚੰਗੀ ਤਰ੍ਹਾਂ ਦੱਸਾਂਗਾ ਕਿ ਇਹ ਕਿਹੜੇ ਕਿਹੜੇ ਵਿਚਾਰ ਪ੍ਰਗਟ करता ਹੁੰਦਾ। नहीं, मैंने तो आपकी बात को एक्सप्लेन किया। मैं भी वही बात एक्सप्लेन करूँगा, तुम क्या कह रहे थे। ठीक है, नेक्स्ट अगला टॉपिक, पिछले स्ट्रक्चर ड्रॉ कर ले। सो ਇਹ ਦੋਵੇਂ ਸਟਰਕਚਰ ਕਿਹਦੇ ਹੈਗੇ ਸੀ? ਕੋਆਰਡੀਨੇਸ਼ਨ ਐਂਟੀਟੀ ਦੇ ਹੈਗੇ ਸੀ ਕਿ ਜਿਹੜਾ ਆਇਨ ਹੈਗਾ ਸੀ ਬਾਹਰ ਵਾਲਾ ਕਾਊਂਟਰ ਆਇਨ। ਇਹ ਕੋਆਰਡੀਨੇਸ਼ਨ ਐਂਟੀਟੀ ਦਾ ਸਟਰਕਚਰ ਹੈ ਕਿ ਕਾਊਂਟਰ ਆਇਨ ਦਾ? ਐਂਟੀਟੀ ਦਾ। ਠੀਕ ਹੈ। ਅਗਲਾ ਹੈਗਾ ਕੋਆਰਡੀਨੇਸ਼ਨ ਨੰਬਰ। ਇਹ ਬੜਾ ਸਿੰਪਲ ਹੁੰਦਾ, ਕਹਿੰਦਾ ਲਾਈਗੈਂਡ ਬੌਂਡ ਫਾਰਮਡ ਬਾय ਦਾ ਲਾਈਗੈਂਡਸ ਨੇ ਕਿੰਨੇ ਬੌਂਡ ਬਣਾਏ ਵਿਦ ਸੈਂਟਰਲ ਐਟਮ, ਉਹਨੂੰ ਕੀ ਕਹਿੰਦੇ ਆਪਾਂ? ਕੋਆਰਡੀਨੇਸ਼ਨ ਨੰਬਰ।
ਫਾਰਮੂਲਾ ਲਿਖੋ। ਇਹ ਸਿੰਬਲ ਕਿਹਦਾ ਹੈਗਾ? सिग्मा सिग्मा मतलब सम ऐड करना, किन्नू किन्नू ऐड करना? नंबर ऑफ लाइगेंड्स इनटू डेंटिसिटी। इत्थे वर्ड बड़ा इंपॉर्टेंट जे। डेंटिसिटी अच्छा एक डाइगेंड है मोनोडेंटेट, ओदी डेंटिसिटी कितनी होएगी? मोनोडेंटेट डेंटिसिटी का मीनिंग क्या हुआ कि लाइगेंड कितने बॉन्ड बना सकता है? एक, वन। मोनोडेंटेट दी डेंटिसिटी कितनी है? वन। इत्थे जे बाइडेंटेट आ जाए 2 और 2 ना, मान लो मेरे को एक बाइडेंटेट है एक मोनोडेंटेट लगा हुआ है तो टोटल कितने कोऑर्डिनेशन नंबर होंगे? 3 होंगे। बाइडेंटेट दे 2, 2 into 1 तो मोनो का 1 into 1 प्लस करांगे 3 आ जाएगा। ठीक है, यह अपना MCQ वास्ते क्वेश्चन लिख लो इनू। ठीक है, फोन छੱਡ दो। ठीक है, यह किहदे वास्ते है? दसो K4 FeCN6, CN बाइडेंटेट है कि मोनोडेंटेट है? CN साइनाइड बाइडेंट मोनो। किन्ने मोनोडेंटेट है? 6 ते हर एक दी डेंटिसिटी कितनी है? 6 मतलब 1 1 into 6 कितना होगा कोऑर्डिनेशन नंबर? 6। इंदे ही दसो ए कौन है? 1 2 डाईमिथाइल की गसी डाइयमीन, 1 2 इथाइल डाइयमीन। हाँ 1 2 इथाइल डाइयमीन, 1 2 इथाइल डाइयमीन जो होंदा ओदी कितनी डेंटिसिटी होंदी है? डाइयमीन है 2 NH2 है 2। कितने EN लगे हुए हैं? 2 EN लगे है, 2 डेंटिसिटी है, 2 into 2 4 ਤੇ क्लोरो मोनोडेंटेट है कि मोनो किन्ने? 4 + 2 6 बन गया। ਇਹ ਦੋਵੇਂ एग्जांपल ਕਾਪੀ ਤੇ ਲਿਖੋ, ਦੋਵੇਂ ਲਿਖੋ एग्जांपल। ਫਾਰਮੂਲਾ ਪੂਰਾ ਲਿਖਣਾ ਕੋਆਰਡੀਨੇਸ਼ਨ ਨੰਬਰ ਦਾ ਵਿਦ ਕੈਲਕੂਲੇਸ਼ਨ ਸਾਰਾ ਕੱਢਣਾ ਜੀ। ਸ਼ਾਰਟ ਫਾਰਮ ਤੁਹਾਨੂੰ ਪਤਾ ਹੈ EN ਕੌਣ ਹੁੰਦਾ? ਇਲੈਕਟ੍ਰੋਕੈਮਿਸਟਰੀ ਹੋਊਗੀ ਯਾਰ ਕੀ? ਮੈਨੂੰ ਲੱਗਦਾ ਪਾ ਤੇ ਆ ਵੀ अब इस क्लास ਚ ਹੋ ਗਿਆ ਹੁਣ ਤੇ ਜ਼ਰੂਰ ਪਾਣਗੇ, ਹੋ ਗਿਆ फिर मैं सिलेबस मिल जाएगा तो सब हो गया। डी ब्लॉक आना है और ये बस। ठीक है, करो तैयारी। वो भी होगा इलेक्ट्रोकैमिस्ट्री मे बी वो मैडम ने उनका केमिकल काइनेटिक्स आएगा, वो पुराने वाले नहीं पाएंगे ना। केमिकल काइनेटिक्स पुराना नहीं आना, कुछ कॉम्प्लेक्स और वो आना पुराना नहीं आना। फिजिक्स का सब तो कट सिलेबस है, बाकी सारे हाँ सौखा हुई बनी है। बैक एक्सरसाइज सारी सॉल्व कराई या करो उन्हें। कोऑर्डिनेट कंपाउंड चल- और वो आएगा डी नहीं ठीक है, ठीक है, हम तुम्हारी भावनाओं की इज्जत करते हैं। ठीक है, आगे कर ले सब। ठीक है, कर ले नोट है वाला सारा। ये सब बड़ा सौखा है ना मैडम, लगे बाबा कराई ये वाले हाँ। चलो बढ़िया। अच्छा अगला ऑक्सीडेशन नंबर आ गया जी। बच्चों ने आप चलो बेटे देखो, कंग्रेचुलेशन सर, चंगे सर ती चंगे ही बंदे, मैं लाइफ च लगा कहना कोई गल नहीं, कर दे डिस्कस। तो चार्ज प्रेजेंट ऑन द सेंट्रल मैटम एटम, मैटल ਦੇ ਸੈਂਟਰਲ ਐਟਮ ਤੇ ਕਿੰਨਾ ਚਾਰਜ ਹੈ, ਉਹਦੀ ਕੀ ਹੈ ਆਕਸੀਜਨ ਨੰਬਰ। ਇਹ ਸਾਨੂੰ ਪਹਿਲਾਂ ਹੀ ਪਤਾ ਇਹਦੇ ਬਾਰੇ। ਇਹ ਦੱਸੋ FeCN6 ਹੈਗਾ, ਇਹਦਾ ਟੋਟਲ ਚਾਰਜ ਆਪਾਂ ਲੱਭੀਏ ਪਹਿਲਾਂ, एफई को निकालना ਬਟ ਸਾਨੂੰ ਪਹਿਲਾਂ ਇਹਦੇ ਵਿੱਚ ਵੱਖਰਾ ਕੱਢਣਾ ਪੈਣਾ, K ਪੋਜ਼ਿਟਿਵ ਵੱਖਰਾ ਕੱਢਣਾ ਪੈਣਾ, FeCN ਨੂੰ ਇੱਥੇ ਵੱਖਰਾ ਕਰਨਾ ਪੈਣਾ। ਠੀਕ ਹੈ, Fe ਦੇ ਉੱਤੇ ਚਾਰਜ ਕਿੰਨਾ ਹੋ ਗਿਆ ਮੈਨੂੰ ਨਹੀਂ ਪਤਾ, x ਹੋ ਗਿਆ। Cn ਦੇ ਚਾਰਜ ਕਿੰਨਾ ਹੁੰਦਾ -1। ਕਿੰਨੇ Cn ਲੱਗੇ ਹੋਏ ਆ? 6 ਲੱਗੇ ਆ। ਟੋਟਲ ਚਾਰਜ ਕਿੰਨਾ ਹੈਗਾ? -4। ਸੋ x - 6 -4, x = 6 - 4 ਕਿੰਨਾ ਆ ਗਿਆ? +2। ਇਹਦਾ ਮਤਲਬ ਫੈਰਸ ਹੈਗਾ ਕਿ ਫੈਰਿਕ ਹੈਗਾ? ਫੈਰਸ। ਸੋ ਇਹਦਾ ਜਦੋਂ ਨਾਮ ਲਿਖਾਂਗੇ ਨਾ ਆਪਾਂ ਤੇ ਮੈਂਸ਼ਨ ਵੀ ਕਰਾਂਗੇ ਜਾਂ ਸਟਰਕਚਰ 'ਚ ਲਿਖਾਂਗੇ ਪੂਰਾ ਕਿ ਜੇ ਆਇਰਨ 2 ਲਿਖਾਂਗੇ ਤਾਂ ਆਇਰਨ 2 ਕੱਲ ਆਇਰਨ ਨਹੀਂ, ਆਇਰਨ 2 ਲਿਖਣਾ। ਆਇਰਨ 2 ਦਾ ਮਤਲਬ Fe2 ਪੋਜ਼ਿਟਿਵ, ਆਇਰਨ 3 ਦਾ ਮਤਲਬ ਹੁੰਦਾ Fe3 ਪੋਜ਼ਿਟਿਵ। ਹੈਕਸਾਸਾਈਨਾਈਡ ਲਿਖਾਂਗੇ। ਠੀਕ ਹੈ, ਨਾਲ ਪੋਟੈਸ਼ੀਅਮ ਟਾਈਟ ਕੁਝ ਲਿਖਾਂਗੇ ਬਾਅਦ ਚੋਂ, ਅਗਰ ਸਟਰਕਚਰ ਪੜਾਂਗੇ ਹਲੇ ਤਾਂ। ਹਲੇ ਮੇਨ ਚੀਜ਼ ਇਹ ਕਿ ਸਾਨੂੰ ਆਕਸੀਡੇਸ਼ਨ ਨੰਬਰ ਪਤਾ ਹੋਣਾ ਚਾਹੀਦਾ। MCQ ਇਹ ਵੀ ਕੁਐਸਚਨ ਕਿਹਦੇ ਉੱਤੇ ਆ ਜਾਣਾ, 1 ਨੰਬਰ ਦਾ ਇਸ ਤੋਂ ਛੋਟਾ ਕੁਐਸਚਨ ਨਹੀਂ ਬਣਦਾ ਕਿ ਸੈਂਟਰਲ ਮੈਟਮ ਐਟ, ਜਾਂ ਤਾਂ ਕਈ ਵਾਰੀ ਕੰਪਾਊਂਡ ਦੇ ਦਿੰਦੇ ਆ ਤੇ ਕਹਿੰਦੇ 4 ਚੀਜ਼ਾਂ ਪੁੱਛਦੇ ਜੇ, ਕਹਿੰਦੇ ਇਹਦੇ ਵਿੱਚ ਨਾ ਜਿਹੜਾ ਸਾਡੇ ਕੋਲ ਉਹ ਆਇਨ ਕਿਹੜਾ ਹੈਗਾ ਜਿਹੜਾ ਬਾਹਰ ਵਾਲਾ ਹੁੰਦਾ, ਫਿਰ ਸਾਡੇ ਕੋਲ ਐਂਟੀਟੀ ਕਿਹੜੀ ਹੈਗੀ ਹੈ, ਫਿਰ ਇਹਦਾ ਪੋਲੀਹਾਈਡਰਨ ਕਿਹੜਾ ਹੋਗਾ, ਦੱਸ ਸਕਦੇ ਕਿਹੜਾ ਪੋਲੀਹਾਈਡਰਨ ਬਣਨਾ ਹੈ ਕੋਆਰਡੀਨੇਸ਼ਨ ਦਾ, ਕਿਹਦਾ ਸ਼ੇਪ ਬਣੇਗੀ ਪੋਲੀਹਾਈਡਰਨ ਦੀ, ਆਕਟਾਹਾਈਡਰਲ ਕਿ ਟੈਟਰਾਹਾਈਡਰਲ? ਆਕਟਾਹਾਈਡਰਲ। ਡਰਾ ਕਰਕੇ ਵੀ ਦਿਖਾਣਾ ਜੀ। ਸੋ ਐਗਜ਼ਾਮਿਨਰ ਇੱਕੋ ਹੀ ਕੰਪਾਊਂਡ ਤੋਂ ਉਹਦਾ ਨੇਮ, ਉਹਦੇ ਆਇਰਨ ਦਾ, ਉਹਦੇ ਮੈਟਲ ਦਾ ਆਕਸੀਡੇਸ਼ਨ ਨੰਬਰ, ਉਹਦਾ ਕੋਆਰਡੀਨੇਸ਼ਨ ਨੰਬਰ, 4 ਨੰਬਰ ਦੀ ਕੇਸ ਸਟੱਡੀ ਤਾਂ ਆਰਾਮ ਨਾਲ ਬਣਾ ਦੇਣੀ ਇਹਦੇ ਉੱਤੇ।
5 ਨੰਬਰ ਦਾ ਕੁਐਸਚਨ ਤੇ 5 ਇੱਕ ਨੰਬਰ ਦੇ ਕੁਐਸਚਨ ਪੁੱਛੇ ਜਾਂਦੇ ਜੇ ਇਹਦੇ ਉੱਤੇ। ਠੀਕ ਹੈ, ਕਰ ਲੈ ਨੋਟ, ਕੋਈ ਡਾਊਟ ਇਹਦੇ ਵਿੱਚ? ਠੀਕ ਹੈ, ਲਿਖ ਲਓ ਇਹਨੂੰ। ਇਹ ਕੀ ਸਰ ਜਿਹੜਾ ਪੋਟਾਸ਼ੀਅਮ ਕਈ ਵਾਰੀ ਸਟਾਰਟਿੰਗ 'ਚ ਲਿਖੀਦਾ ਵਾ ਜਨਰਲੀ ਐਂਡ ਸਿਰਫ ਉਹਦੇ ਤੇ ਵਿੱਚ ਲਿਖਣਾ ਜੋ CH3COO ਨੈਗੇਟਿਵ ਹੁੰਦਾ ਨਾ ਉਦੋਂ ਉਹਦੇ ਐਂਡ ਤੇ ਲਿਖੀਦਾ K। ਠੀਕ ਹੈ, ਮਤਲਬ ਰੂਲ ਹੈ, ਉਹ ਕਹਿੰਦਾ ਕਿ ਜੇ ਮੰਨ ਲਓ ਤੁਹਾਡੇ ਕੋਲ ਇੱਥੇ ਕੋਈ ਚੀਜ਼ K ਪੋਜ਼ਿਟਿਵ ਹੈ ਤੇ ਤੁਹਾਡੇ ਕੋਲ ਇੱਥੇ ਨਾਲ ਹੀ ਮੰਨ ਲਓ ਇੱਦਾਂ ਲਿਖਿਆ ਹੋਇਆ CH3COO ਨੈਗੇਟਿਵ, ਆ ਨੈਗੇਟਿਵ ਤਾਂ ਉਹਦੇ ਮੂੰਹ ਲੱਗੇ ਨਹੀਂ ਹੈਗਾ, ਬਹੁਤ ਦੂਰ ਹੈ ਨਾ। ਸਿਰਫ ਇਸ ਕੰਡੀਸ਼ਨ ਦੇ ਵਿੱਚ ਓਰੀਐਂਟੇਸ਼ਨ ਬਦਲ ਕੇ K ਪੋਜ਼ਿਟਿਵ ਨੂੰ ਇੱਥੇ ਲਿਖੀ ਤੇ, ਨਹੀਂ ਤਾਂ ਹਮੇਸ਼ਾ ਪੋਜ਼ਿਟਿਵ ਵਾਲਾ ਪਹਿਲਾਂ ਹੀ ਲਿਖੀਦਾ ਹੁੰਦਾ, ਤਾਂ ਕਿ ਇਹ ਨਲ ਪੋਜ਼ਿਟਿਵ ਨੈਗੇਟਿਵ ਕੋਲ ਕੋਲ ਹੋਣ। ਮੰਨ ਲਓ ਤੁਸੀਂ ਇਹਨੂੰ ਇੱਥੇ, ਇਹਦਾ ਅਸਲ ਸਟਰਕਚਰ ਇੱਦਾਂ ਦਾ ਬਣਦਾ, ਇੱਦਾਂ ਬਣਿਆ ਬਿਲਕੁਲ ਠੀਕ ਹੈ। ਮੰਨ ਲਓ ਕੋਈ ਬੱਚੇ ਨੇ ਇਹ ਬਣਾ ਦਿੱਤਾ, ਇਹ ਗਲਤ ਗਿਣਿਆ ਜਾਣਾ, ਇਹ ਸਹੀ ਨਹੀਂ ਹੈਗਾ ਵਾਲਾ। ਠੀਕ ਹੈ, ਲੱਗ ਗਿਆ ਪਤਾ? K ਹਮੇਸ਼ਾ ਪੋਜ਼ਿਟਿਵ ਨੈਗੇਟਿਵ ਇਕੱਠੇ ਹੋ ਜਾਂਦੇ, ਮਤਲਬ ਇਹ ਇੱਕ ਰੂਲ ਹੈਗਾ, ਕਈਆਂ ਦੇ ਵਿੱਚ ਅਪਲਾਈ ਹੁੰਦਾ, ਨਹੀਂ ਤਾਂ ਨਾਰਮਲੀ ਪੋਜ਼ਿਟਿਵ ਹਮੇਸ਼ਾ ਪਹਿਲਾਂ ਆਉਂਦਾ, ਬਾਕੀ ਸਾਰੇ ਜਿਵੇਂ ਦੇਖੋ ਐਪਲ ਦੇ ਵਿੱਚ ਵੀ ਤਾਂ ਕਰਦੇ ਪਏ ਆ। ਆਇਰਨ ਦੇਖੋ ਪਹਿਲਾਂ ਹੈਗਾ, CN ਬਾਅਦ ਚੋਂ ਹੈ, ਕਿਉਂਕਿ CN ਛੋਟਾ ਐਟਮ ਹੈ ਨਾ, ਉਹ ਨਾਲ ਨਾਲ ਜਨਰੇਟ ਹੋ ਰਿਹਾ। ਬਹੁਤ ਲੰਬਾ ਐਟਮ ਹੁੰਦਾ, ਨੈਗੇਟਿਵ ਇਸ ਜਗ੍ਹਾ 'ਤੇ ਹੁੰਦਾ, ਫਿਰ Fe ਨੂੰ ਉੱਧਰ ਪਾਸੇ ਲਿਖਣਾ ਪੈਣਾ ਸੀ। ਠੀਕ ਹੈ, ਕਰ ਲਿਆ ਹੁਣ, ਕਰੀਏ ਕਿ ਅੱਛਾ ਹੁਣ ਆਪਾਂ ਹਾਲੇ ਤਾਂ ਉਹੀ ਪੜ੍ਹਦੇ ਪਏ ਹਾਂ ਸਟਰਕਚਰ ਦੇ ਫੀਚਰ, ਜਿਵੇਂ ਅਸੀਂ ਲੈਂਸਿਸ ਪੜ੍ਹਦੇ ਹਾਂ ਜਾਂ ਮਿਰਰ ਪੜ੍ਹਦੇ ਹਾਂ ਤੇ ਉਹਦੇ ਪਹਿਲਾਂ ਦੱਸੀਦਾ ਨਾ ਅਪਰਚਰ ਕੀ ਹੈ, ਰੇਡੀਅਸ ਆਫ ਕਰਵੇਚਰ ਕੀ ਹੁੰਦਾ ਹੈ, ਸੈਂਟਰ ਆਫ ਕਰਵੇਚਰ ਕੀ ਹੈ, ਫੋਕਸ ਕੀ ਹੁੰਦਾ, ਸਾਰਾ ਪੜ੍ਹਦੇ ਆ ਨਾ ਪਹਿਲਾਂ, ਸੀਕੁਐਂਸ ਟਰਮ ਪੜ੍ਹਦੇ, ਇੱਦਾਂ ਆਪਾਂ ਟਰਮਸ ਪੜ੍ਹਦੇ ਪਏ ਹਾਂ, ਫਿਰ ਨੋਮਨਕਲੇਚਰ ਇੱਥੋਂ ਸ਼ੁਰੂ ਹੁੰਦਾ। ਕਹਿੰਦੇ ਹੋਮੋਲੈਪਟਿਕ ਦਾ ਕੀ ਮਤਲਬ ਹੋਏਗਾ, ਜਿਨ੍ਹਾਂ ਦੇ ਵਿੱਚ ਕਿੰਨੇ ਤਰ੍ਹਾਂ ਦੇ ਲਾਈਗੈਂਡ ਹੋਣ, ਤੇ ਹੈਟਰੋਲੈਪਟਿਕ ਇੱਕ ਤੋਂ ਜ਼ਿਆਦਾ ਹੋਣ, ਬਸ ਸਿੱਧੀ ਗੱਲ। ਠੀਕ ਹੈ, ਹੁਣ ਸਾਰਿਆਂ ਨੂੰ ਲਿਖਣਾ ਪੈਣਾ ਕੰਮ, ਹੁਣ ਅਗਲਾ ਕੰਮ ਸਾਰਾ ਨੇਮਿੰਗ ਦਾ ਹੈਗਾ, ਸ਼ੁਰੂ ਕਰਨਾ। ਤੇ ਪਹਿਲਾ ਕੰਪਾਊਂਡ ਪੋਟਾਸ਼ੀਅਮ ਹੈਕਸਾਸਾਈਨੋ ਫੈਰਸ ਹੋਏਗਾ ਕਿ ਫੈਰੋ? ਫੈਰਸ। ਦੇਖੋ ਕੀ ਹੈ, ਸੋ ਪੋਟਾਸ਼ੀਅਮ ਹੈਕਸਾਸਾਈਨਾਈਡੋ। ਪਹਿਲੀ ਗੱਲ, ਆਰਗੈਨਿਕ 'ਚ ਆਪਾਂ ਸਾਈਨਾਈਡ ਲਿਖਦੇ ਹਾਂ, ਕਲੋਰਾਈਡ ਲਿਖਦੇ ਹਾਂ, ਬ੍ਰੋਮਾਈਡ ਲਿਖਦੇ ਹਾਂ, ਨਾਈਟਰਾਈਟ ਲਿਖਦੇ ਹਾਂ ਜਾਂ ਨਾਈਟਰੇਟ ਲਿਖਦੇ ਹਾਂ। ਠੀਕ ਹੈ, ਇਹ 'ਚ ਸਾਰੇ O ਆਏ ਨੇ, ਨਾਈਟਰੇਟੋ, ਕਲੋਰਾਈਡੋ, ਸਾਈਨਾਈਡੋ, ਆਈਸੋਸਾਈਨਾਈਡੋ। ਠੀਕ ਹੈ, ਨਾਈਟਰੋਸੋ, ਇੱਦਾਂ ਚੱਲਣਾ ਸਾਰਾ। ਠੀਕ ਹੈ, ਕਾਪੀ 'ਤੇ ਲਿਖੋ ਨਾਮ, ਫਟਾਫਟ ਲਿਖੀ ਜਾਓ, ਕਿਉਂਕਿ ਜਦੋਂ ਤੁਸੀਂ ਲਰਨਿੰਗ 'ਤੇ ਆਉਣਾ ਨਾ, ਇਹੀ ਕਾਮਨ ਹੈਗੇ ਜੀ, ਇਹੀ ਵਰਤਣੇ ਹਰ ਵਾਰੀ। ਠੀਕ ਹੈ, ਫੈਰੇਟ ਦੇ ਨਾਲ ਦੇਖੋ 2 ਜ਼ਰੂਰ ਮੈਂਸ਼ਨ ਕਰਨਾ, ਕਿਉਂਕਿ 2 ਉਹਦੀ ਆਕਸੀਡੇਸ਼ਨ ਨੰਬਰ। ਅਗਲੇ ਦੇ ਵਿੱਚ ਦੇਖੋ ਕੌਣ ਹੈਗਾ ਮੈਟਲ, ਕੌਣ ਹੈਗਾ, ਇਹ ਕਿਹੜੀ ਮੈਟਲ ਹੈ? Cr। ਪਾਣੀ ਨੂੰ ਵਾਟਰ ਲਿਖਾਂਗੇ ਕਿ ਐਕਵਾ ਲਿਖਾਂਗੇ? Cl ਨੂੰ ਕਲੋਰਾਈਡੋ, ਤੇ ਨਾਲ ਉਹ ਵੀ ਐਲਫਾਬੈਟਿਕਲ ਆਰਡਰ ਵੀ ਫੋਲੋ ਕਰ ਲੈਣਾ, ਟੈਟਰਾ ਐਕਵਾ ਡਾਈ ਕਲੋਰਾਈਡੋ ਕ੍ਰੋਮੀਅਮ। ਕ੍ਰੋਮੀਅਮ ਦੀ ਆਕਸੀਜਨ ਸਟੇਟ ਕੱਢੋ। ਨਾਈਟ੍ਰੇਟ ਦੇ ਉੱਪਰ ਚਾਰਜ 1 ਨੈਗੇਟਿਵ ਹੁੰਦਾ, ਪੂਰਾ ਚੈੱਕ ਕਰੋ ਕਿ ਕਿਆ ਕ੍ਰੋਮੀਅਮ ਦੇ ਉੱਪਰ +1 ਚਾਰਜ ਆ ਰਿਹਾ ਕਿ ਐਵੇਂ ਹੀ ਕਹਿ ਰਹੇ ਆ। ਉਹਨੇ +3 ਲਿਖਿਆ ਹੋਇਆ ਕ੍ਰੋਮੀਅਮ ਦੇ ਉੱਪਰ ਕਿ +3 ਆਕਸੀਡੇਸ਼ਨ ਸਟੇਟ ਹੈ, ਚੈੱਕ ਕਰੋ ਕਾਪੀ 'ਤੇ। ਕ੍ਰੋਮੀਅਮ Cl2 H2O 4 ਟੋਟਲ ਦੇ ਚਾਰਜ -1 ਉਹ +1 ਤੇ NO3 ਨੈਗੇਟਿਵ, ਇੱਦਾਂ ਹੀ ਬਣੇਗਾ। ਠੀਕ ਹੈ, NO3 ਵੱਖਰਾ ਕਰ ਲਿਆ ਨਾ, ਨਾਈਟ੍ਰੇਟ -1 ਅਤੇ +1। ਕ੍ਰੋਮੀਅਮ ਤੇ ਪਤਾ ਹੀ ਨਹੀਂ ਹੈ ਮੈਨੂੰ, ਕ੍ਰੋਮੀਅਮ ਦਾ ਮੈਂ ਕੀ ਲਿਖਾਂਗਾ ਫਿਰ? ਮੈਂ ਲਿਖਿਆ ਕ੍ਰੋਮੀਅਮ ਦੇ ਉੱਤੇ X। ਕਲੋਰੀਨ ਕਿੰਨੇ ਹੈਗੇ ਆ? 2। ਕਿੰਨਾ ਚਾਰਜ ਹੈ? -1। ਪਾਣੀ ਤੇ ਚਾਰਜ ਕਿੰਨਾ ਹੈ? 0। 4 ਟੋਟਲ ਕਿੰਨਾ ਆਇਆ? +1। सॉल्व करो, कितना आ जाएगा X से ऊपर चार्ज? +3 के -3? +3। वेरी गुड। सो देखो ये चीज़ क्लियर होगी पहले। ठीक है, नाम क्लियर है ना? टेट्रा एक्वा डाईक्लोराइडो क्रोमियम, मतलब मैटल बाद चो लिखनी होंगी है, पहला सारे लाइगेंड नाइट्रेट। अगले च की बनना, कौन है अगले दे विच? ए कौन है? CO कौन है? कोबाल्ट ऑक्सीजन स्टेट। देखो ਤੁਹਾਨੂੰ ਹਰ ਸਮ ਦੇ ਵਿੱਚ ਨੇਮਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਆਕਸੀਡੇਸ਼ਨ ਨੰਬਰ ਕੱਢਣਾ ਹੀ ਪੈਣਾ। ਕਲੋਰਾਈਡੋ ਮੋਨੋ ਹੈਗਾ, 1 ਕਲੋਰਾਈਡੋ ਹੈ, 1 ਨਾਈਟਰੋ ਹੈ, 3 ਅਮਾਈਨੋ ਹੈ, 4 ਅਮਾਈਨੋ ਤੇ ਨਾਈਟ੍ਰੇਟ। ਸੋ ਟੈਟਰਾ ਅਮੀਨ ਕਹਿਣਾ ਉਹਨੂੰ, ਟੈਟਰਾ ਅਮੀਨ ਕਲੋਰਾਈਡੋ ਨਾਈਟਰੋ। ਅੱਛਾ ਇੱਥੇ ਦੇਖੋ ਨਾਈਟਰੋ N ਕੋਬਾਲਟ ਲਿਖਿਆ, ਉਹਦਾ ਕਾਰਨ ਦੱਸੋਗੇ ਕਿਉਂ? N ਕਿਉਂ ਲਿਖਿਆ? N क्यों लिखे?
ਵੱਧ ਵੀ ਸਕਦੇ ਆ। ਇੱਕ ਤਾਂ ਰੂਲ ਉਹ ਕਹਿੰਦੇ ਨਾ ਅਮੀਨ ਵਾਸਤੇ, ਠੀਕ ਹੈ। ਸੋ ਜਦੋਂ ਇੱਕ ਕੰਪਾਊਂਡ ਦੇ ਵਿੱਚ CH2 ਗਰੁੱਪ ਹੁੰਦਾ ਨਾ ਜਾਂ CH3 ਨਾਲ ਉਹਦੇ ਇੱਕ ਅਮੀਨ ਲੱਗਾ ਹੁੰਦਾ NH2, ਉਹ ਸਿੰਪਲ N ਹੁੰਦਾ। 2 ਅਮੀਨ ਹੋਣ ਤੇ NN, 3 ਹੋਣ ਤੇ NNN, ਇੱਦਾਂ ਅਲੱਗ। ਤਾਂ ਬਾਤ ਜਬ NH2 ਹੋਏਗਾ ਤੇ ਸਿੰਗਲ N, NH ਹੋਏਗਾ ਤੇ NN, ਠੀਕ ਹੈ। ਅਗਰ ਇਕੱਲਾ N ਹੋਵੇ ਤੇ NNN ਆਉਂਦਾ ਹੁੰਦਾ ਸੀ। ਪ੍ਰਾਇਮਰੀ, ਸੈਕੰਡਰੀ ਤੇ ਟਰਸ਼ਰੀ ਅਮੀਨ। ਇਹਦੇ ਕੇਸ 'ਚ NH3 ਅਪੀਅਰ ਹੋ ਰਹੇ ਨਾ ਸਾਰੇ। NH ਉਹ ਤਾਂ ਨਹੀਂ ਗਏ ਨਾ, NH3 ਤੋਂ ਬਾਅਦ NH ਜਾਂ N ਤਾਂ ਨਹੀਂ ਹੈ ਨਾ, ਇਸ ਕਰਕੇ ਪਾਇਆ। ਕੋਬਾਲਟ ਦੇ ਉੱਪਰ 3 ਕਿਉਂ ਆਇਆ? ਕਰੋ ਕੈਲਕੂਲੇਟ ਕਰੋ, ਚੈੱਕ ਕਰੋ 3 ਆਉਂਦਾ। ਸੇਮ ਗੌਤਮ ਕਰੋ, ਚੈੱਕ ਕਰੋ ਆਕਸੀਜਨ ਸਟੇਟ 3 ਆ ਰਹੀ ਹੈ। ਮੈਨੂੰ ਇਹਦਾ ਕੋਆਰਡੀਨੇਸ਼ਨ ਨੰਬਰ ਵੀ ਦੱਸੋ ਕਿੰਨਾ ਹੈਗਾ। NH3 ਅਮੀਨ ਹੈ 0 ਨਿਊਟਰਲ, ਠੀਕ ਹੈ। ਹਾਂ ਨਾਈਟਰੋ ਦੇ ਉੱਤੇ ਇਹਦਾ -1 ਹੈ ਤੇ ਉਹਦਾ 4, ਕਲੋਰੀਨ ਦਾ -1 ਹੈ ਉਹ ਹੋਇਆ ਤੇ NO2 ਦਾ ਕਿੰਨਾ ਹੈਗਾ, ਉਹਦਾ ਵੀ ਇਕੱਲੇ ਦਾ -1 ਹੈ। ਪੂਰੀ ਕੋਆਰਡੀਨੇਸ਼ਨ ਐਂਟੀਟੀ ਤੇ ਮਾਈਨਸ ਕਿੰਨਾ ਹੈਗਾ, ਉਹ ਤੇ +1 ਹੈ ਕਿਉਂਕਿ NO3 -1 ਹੁੰਦਾ ਤੇ Cl ਵੀ -1 ਹੈ, NO2 ਵੀ -1 ਹੈ, NH3 ਕੋਈ ਚਾਰਜ ਨਹੀਂ ਹੈ, CO ਦੇ ਉੱਤੇ +3 ਆ ਜਾਣਾ। ਤੇ ਇਹ ਸਾਰੇ ਕੀ ਗਿਆ, ਮੋਨੋਡੈਂਟੇਟ ਹੈ ਕਿ ਬਾਈਡੈਂਟੇਟ ਹੈ? ਕਲੋਰੋਮੋਨੋ ਹੈ, ਨਾਈਟਰੋ ਮੋਨੋ ਹੈ, ਅਮੀਨ ਵੀ ਕਿੰਨੀ ਮੋਨੋ। NO3 ਦਾ -1 ਨਹੀਂ ਹੈ ਤੇ ਇਹਨੂੰ ਇਹੀ ਕਰਾਂਗੇ ਇੱਦਾਂ। Cl ਵੀ ਸਿੰਗਲ ਹੈ ਨਾ, ਇਹ ਹੈਗਾ ਨਾ, ਇਹ ਕੋਬਾਲਟ ਇੱਦਾਂ ਹੈਗਾ, ਕੋਬਾਲਟ ਫਿਰ ਕਲੋਰੀਨ ਕਿੰਨੇ 1 ਸੀ, ਫਿਰ NO2 1 ਹੈ, NH3 ਕਿੰਨੇ ਹੈਗੇ ਆ 4। ਇਹ ਟੋਟਲ ਉੱਤੇ ਚਾਰਜ ਉੱਪਰ ਪੋਜ਼ਿਟਿਵ ਆਣਾ ਕਿਉਂਕਿ NO3 ਦੇ ਉੱਤੇ ਕੀ ਆਣਾ, NO3 ਦੇ ਉੱਤੇ ਨੈਗੇਟਿਵ, ਬਟ ਟੋਟਲ ਕੰਪਲੈਕਸ ਦੇ ਉੱਪਰ ਕੀ ਹੈਗਾ ਪੋਜ਼ਿਟਿਵ, ਬਿਕੋਜ਼ 1 ਪੋਜ਼ਿਟਿਵ 1 ਨੈਗੇਟਿਵ, ਤਾਂ ਹੀ ਉਹਦੇ ਉੱਤੇ ਕੋਈ 2 3 ਆਇਆ ਨਹੀਂ ਨਾ, ਠੀਕ ਹੈ। ਤੇ ਅਗਰ ਤੁਸੀਂ ਇਹਦਾ ਕਾਊਂਟ ਕਰੋਗੇ ਆਨਸਰ ਤੇ ਕਿੰਨਾ ਬਣੇਗਾ ਚੀਜ਼, ਇੱਦਾਂ ਦੀ ਬਣੇਗੀ CO Cl NO2 NH3 4, ਇੱਥੇ ਟੋਟਲ ਪੋਜ਼ਿਟਿਵ, NO3 ਨੈਗੇਟਿਵ, CO ਤੇ X ਹੋ ਗਿਆ, Cl ਤੇ ਕਿੰਨਾ ਹੋ ਗਿਆ -1, NO2 ਤੇ -1, ਇਹ ਤੇ 0 ਹੈ 4 ਹੈ, ਟੋਟਲ ਕਿੰਨਾ +1। ਸੋ x - 2 = 1, x = +3। ਇੱਦਾਂ ਪੇਪਰ 'ਚ ਕੱਢਣਾ ਪੈਣਾ। ਨੇਮਿੰਗ ਦੇ ਜੇ ਤੁਸੀਂ 1 2 3 ਆਕਸੀਜਨ ਸਟੇਟ ਨਹੀਂ ਲਿਖੇ ਤਾਂ ਨੇਮਿੰਗ ਕੰਪਲੀਟ ਹੈਗਾ, ਠੀਕ ਹੈ। ਜਿਹੜਾ ਵਿਚਕਾਰ N ਲਿਖਣਾ ਹੀ ਭਾਵੇਂ ਉਹ ਨਾ ਲਿਖਿਓ, ਉਹਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਸਿੰਪਲ ਨਾਮ ਲਿਖੋ ਆਪਣੇ ਹਿਸਾਬ ਨਾਲ ਕਿ ਟੈਟਰਾਮੀਨ, ਉਹ ਐਲਫਾਬੈਟਿਕਲ ਚੱਲਣਾ। ਅਮੀਨ ਦਾ A ਪਹਿਲਾਂ ਆਏਗਾ, ਫਿਰ ਕਲੋਰਾਈਡ ਹੋ ਗਿਆ, ਫਿਰ ਨਾਈਟਰੋ, ਕੋਬਾਲਟ 3 ਨਾਈਟ੍ਰੇਟ। ਅਗਲਾ C2O4 ਹੈ। ਕੌਣ ਹੁੰਦਾ C2O4? ਮੇਰੀ ਕੁਐਰੀ ਬੋਲੋ C2O4 ਕੌਣ ਹੈਗਾ? ਆਕਸੀਲੇਟੋ। ਬਾਈਡੈਂਟੇਟ ਹੈ ਕਿ ਮੋਨੋਡੈਂਟੇਟ? ਤੇ ਇਹਦੀ ਕਿੰਨੀ ਕੋਆਰਡੀਨੇਸ਼ਨ ਨੰਬਰ ਹੋਏਗਾ ਇਸ ਕੇਸ 'ਚ? ਇਹਦੇ 'ਚ ਕੋਆਰਡੀਨੇਸ਼ਨ ਨੰਬਰ ਕਿੰਨਾ ਆਉਣਾ? ਬੋਲੋ। ਇਹ ਕੰਪਾਊਂਡ ਦੇ ਵਿੱਚ ਜੇ ਹਾਈਲਾਈਟ ਕੀਤਾ ਜਿਹੜਾ C2O4 ਕਿੰਨੇ ਲੱਗੇ? 3 ਲੱਗੇ ਹੈ ਤੇ ਹਰ ਇੱਕ ਦੀ ਡੈਂਟੀਸਿਟੀ 2 ਹੋ ਗਈ ਹੈ, 3 × 2। ਅੱਛਾ, ਇਹ ਹੋਮੋਲੈਪਟਿਕ ਹੈਗਾ ਕਿ ਹੈਟਰੋਲੈਪਟਿਕ ਹੈਗਾ? ਹੋਮੋਲੈਪਟਿਕ ਹੈਗਾ। 6 ਇਹਦਾ ਕੋਆਰਡੀਨੇਸ਼ਨ ਨੰਬਰ ਹੈ। ਆਇਰਨ ਦੇ ਉੱਤੇ ਕਿਹੜੀ ਸਟੇਟ ਆਏਗੀ ਦੱਸੋਗੇ? ਆਕਸੀਲੇਟੋ -2 ਹੁੰਦਾ। ਕਰੋ ਕਿੰਨਾ ਆਏਗਾ ਆਨਸਰ ਬੋਲੋ। 3 ਆਏ ਨਾ, ਠੀਕ ਹੈ। ਅਗਲਾ ਕੋਬਾਲਟ ਪੈਂਟਾਸਾਈਨਾਈਡ ਹੈਗਾ ਤੇ ਨਾਲ ਨਾਈਟਰੋ ਹੈ, ਠੀਕ ਹੈ। ਕਰੋ ਨੇਮਿੰਗ ਇਹਦਾ ਕੀ ਬਣੇਗਾ ਅਗਲੇ ਦਾ ਨੇਮ। ਹੁਣ ਪੋਟੈਸ਼ੀਅਮ ਪਹਿਲਾਂ ਹੈਗਾ ਨਾ, ਸੋ ਪੋਟੈਸ਼ੀਅਮ ਪੈਂਟਾਸਾਈਨਾਈਡੋ। ਨਾਈਟਰੋ ਨਹੀਂ ਲਿਖਣਾ, ਨਾਈਟਰੋ ਆਰਗੈਨਿਕ ਕੈਮਿਸਟਰੀ ਲਿਖਦੇ, ਇੱਥੇ ਕੀ ਲਿਖਾਂਗੇ? ਨਾਈਟ੍ਰੋਸਿਲ, ਠੀਕ ਹੈ। ਸੋ ਕੀ ਲਿਖਣਾ ਇੱਥੇ? ਨਾਈਟ੍ਰੋਸਿਲ। ਇੰਪੋਰਟੈਂਟ ਜੇ ਵਾਲਾ ਕਿਉਂ ਸਰ? ਨੇਮਿੰਗ ਫਰਕ ਹੈ। ਆਰਗੈਨਿਕ 'ਚ ਨਾਈਟਰੋ ਲਿਖ ਦਿੰਦੇ ਆ,
ਇਹਦੇ ਵਿੱਚ ਕਲੋਰਾਈਡੋ ਆਈਡੋ, ਉਹਦੇ 'ਚ ਆਪਾਂ ਕਲੋਰਾਈਡ ਆਇਓਡਾਈਡ ਲਿਖਦੇ ਸੀ। ਇਹਦੇ ਵਿੱਚ ਥੋੜ੍ਹਾ ਫਰਕ ਹੋਗਾ, ਨੇਮਿੰਗ ਸੇਮ ਨਹੀਂ ਰੱਖੀ ਉਹਨਾਂ ਨੇ। ਦੇਖੋ ਕੋਬਾਲਟੇਟ ਕੀਤਾ ਉਹਨਾਂ ਨੇ। ਇੱਕ ਚੀਜ਼ ਨੋਟ ਕਰਨਾ, ਜੇ ਤੁਹਾਡਾ ਜਿਹੜਾ ਕੋਆਰਡੀਨੇਸ਼ਨ ਐਂਟੀਟੀ ਹੈਗੀ ਹੈ ਉਹ ਕੌਣ ਹੈ, ਨੈਗੇਟਿਵ, ਅਤੇ ਉਸ ਤੋਂ ਪਹਿਲਾਂ ਇੱਕ ਮੈਟਲ ਆ ਜਾਂਦਾ ਜਿਹੜਾ ਆਇਨ ਬਾਰ ਦਾ ਹੈਗਾ ਸੀ, ਠੀਕ ਹੈ। ਤਾਂ ਦੇਖਣਾ ਫੈਰਸ ਨੂੰ ਫੈਰੇਟ ਲਿਖਦੇ ਪਏ ਹੈ, ਕੋਬਾਲਟ ਨੂੰ ਕੋਬਾਲਟੇਟ ਲਿਖਦੇ ਪਏ ਹੈ। ਬਟ ਉੱਪਰਲੇ ਕੋਬਾਲਟ ਦੇ ਦੇਖੋ ਆ ਜਿਹੜਾ ਇਹ ਵਾਲਾ ਹੈਗਾ ਸੀ ਕੋਬਾਲਟ ਕਲੋਰੋ ਨਾਈਟਰੋ ਟੈਟਰਾਮਾਈਨੋ ਵਾਲਾ, ਉਹ 'ਚ ਦੇਖੋ ਪੂਰਾ ਕੋਬਾਲਟ ਲਿਖਿਆ ਨਾ, ਕੋਬਾਲਟੇਟ ਨਹੀਂ ਲਿਖਿਆ। ਸੋ ਇਹ ਵੀ ਧਿਆਨ ਰੱਖਣਾ ਹੈ ਕਿ ਜੇ ਤੁਹਾਡਾ ਕੋਆਰਡੀਨੇਸ਼ਨ ਐਂਟੀਟੀ ਕਟਾਇਨ ਹੈ, ਮੈਟਲ ਇੱਦਾਂ ਹੀ ਲਿਖਦੇ ਪੂਰਾ, ਪਰ ਜੇ ਕੋਆਰਡੀਨੇਸ਼ਨ ਐਂਟੀਟੀ ਕੌਣ ਹੋ ਗਈ, ਅਨਾਇਨ ਹੋ ਗਈ, ਤੇ ਮੈਟਲ ਨਾਲ 8 ਆਉਣਾ, ਕੋਬਾਲਟੇਟ ਫੈਰੇਟ। ਅਗਰ ਮੇਰੇ ਕੋਲ ਸਿਲਵਰ ਹੋਏਗੀ ਤਾਂ ਅਰਜੈਂਟੇਟ ਲਿਖਿਆ ਹੋਏਗਾ, ਅਦਰਵਾਈਜ਼ ਅਰਜੈਂਟਿਕ ਜਾਂ ਅਰਜੈਂਟਸ ਹੁੰਦਾ, ਠੀਕ ਹੈ। ਉਹ ਕਲੀਅਰ ਹੋ ਗਈ ਚੀਜ਼, ਠੀਕ ਹੈ। ਅਗਲੇ ਦਾ ਨਾਮ ਦੱਸੋ, ਪੋਟੈਸ਼ੀਅਮ ਵਾਲਾ ਹੋ ਗਿਆ, अल्फाबेटिक ऑर्डर है ना। ਹਾਂ ਐਲਫਾਬੈਟਿਕ। ਅੱਗੇ ਟੈਟਰਾ ਡਾਈ ਤੇ ਕਿਹੜਾ ਪੈਂਟਾਸਾਈਨਾਈਡ ਕਿਹਦੇ ਵਿੱਚ, वो जो आपने किया ਕਿਸ ਕੇਸ में, KCOCN5N। हाँ बट टैट्रा अमीन है ना, टैट्रा ਨੂੰ ਨਾ ਦੇਖੋ अमीन, अमीन ਦਾ एक अल्फाबेटिकल ਪਹਿਲਾਂ, ठीक है। थोड़ा अगे पीछे चल जाएगा, जे तो क्लोराइड हो तो टैट्रा अमीन भी लिख दो ਤਾਂ ਵੀ ठीक चलेगा, बट हमेशा ज़्यादा अमाउंट वाले पहला प्रेफर करना तो अल्फाबेटिक। अमीन का ये पहला आएगा एज कंपेयर टू सी ना, इस करके वो आया, ठीक है। एच कोई डाउट पहला, वो क्लियर होगी चीज़। अगला देखो ये वाला ग्रीन हाईलाइट किया, कौन है ग्रीन हाईलाइट वाला, कोबाल्ट क्लोरो EN2। EN कौन है, 1,2 इथेन डाइमीन, 1,2 इथेन किन्ने 1,2 इथेन डाइमीन है, 2 हो गया। हर एक की डेंटिसिटी कितनी है, 1 इथेन 1,2 डाइमीन की कितनी डेंटिसिटी, 1,2 डाइमीन, 2 मीन है, 2 N लगे है, डेंटिसिटी कितनी है, 2 ही है। तो किन्ने लगे, 2 लगे, तो 2 दे 2 4 ये हो गए, क्लोरीन के 2 हो गए, टोटल 6 आया कोऑर्डिनेशन नंबर। तो यह भी देखो की बनना है हुण, देखो जो यह वाला ग्रुप होंदा ना, ਇਹਦਾ ऑलरेडी नाम ना बड़ा ਵੱਡਾ है, इथेन 1,2 डाईअमीन। तो ये अगे डाई नहीं लिखना, की लिखना, बिस लिखना। की लिखना, बिस, जिदा असीं ਉਹਦੇ ਵਿੱਚ भी करते सी ऑर्गेनिक की नेमिंग ਦੇ ਵਿੱਚ बिस, ट्रिस, ਟੈਟਰਾਕਿਸ। ਇਹ ਕਦੋਂ ਆਉਂਦੇ ਸੀ, ਜਦੋਂ ਸਬਸਟੀਟੂਐਂਟ ਦੇ ਵਿੱਚ ਹੀ ਵੱਡੇ ਵੱਡੇ ਮੋਲੀਕੂਲ, ਟੈਟਰਾਕਿਸ ਕਹਿੰਦੇ ਸੀ ਉਹਨੂੰ, ਠੀਕ ਹੈ। ਜਦੋਂ ਵੱਡੇ ਵੱਡੇ ਮੋਲੀਕੂਲ ਹੁੰਦੇ ਆ ਸਬਸਟੀਟੂਐਂਟਸ, ਇੱਧਰ ਵੀ ਲਾਈਗੈਂਡ ਇੱਕ ਬੜਾ ਵੱਡਾ ਮੋਲੀਕੂਲ ਨੂੰ ਡਾਈ ਬਾਈ ਨਹੀਂ ਕਰਨਾ, ਉਹਨੂੰ ਕੀ ਕਹਿਣਾ, ਬਿਸ ਕਹਿਣਾ। ਸੋ डाई क्लोराइडो बिस, देखो पूरा नाम है ना, इथेन 1,2 डाईअमीन। तो कोबाल्ट चार्ज कितना आ रहा, देखो सल्फेट। कोबाल्टेट क्यों नहीं किया इनू, इनू कोबाल्टेट क्यों नहीं किया, ਇਹਦੇ ਵਿੱਚ नहीं, ਇਹਦੇ ਵਿੱਚ ਜਿਹੜਾ ਮੈਟਲ ਕੰਪਲੈਕਸ ਹੈ ਕੋਆਰਡੀਨੇਸ਼ਨ ਐਂਟੀਟੀ, ਉਹ ਕੌਣ ਹੈਗੀ ਹੈ, ਕਟਾਇਨ ਹੈਗੀ ਹੈ। ਜੇ ਉਹ ਨਾਇਨ ਹੁੰਦੀ ਤੇ ਕੋਬਾਲਟੇਟ ਬਣ ਜਾਣਾ ਸੀ। ਅਗਲਾ ਦੇਖੋ ਕੋਬਾल्ट ਨਾਲ ਕਲੋਰੋ ONO। ONO ਕੌਣ ਹੁੰਦਾ, ONO ਐਚ ਨਾ ਚੀਜ਼ ਦੇਖੋ, ਨਾਈਟਰਾਈਟੋ ਤੇ O ਲਿਖਿਆ ਹੋਇਆ। ਅਸੀਂ ਤੁਹਾਨੂੰ ਦੱਸਣਾ ਇੱਥੇ ਇਹ ਵਰਡ ਦੇਖੋ ਕੀ ਲਿਖਿਆ ਇਹਨਾਂ ਨੇ, ਨਾਈਟਰਾਈਟੋ। ਇਹਦਾ ਮਤਲਬ ਹੈ ਨਾਈਟਰਾਈਟੋ NO2 ਵੀ ਹੋ ਸਕਦਾ ਹੈ। ਅਗਰ ਬੌਂਡਿੰਗ N ਤੋਂ ਹੁੰਦੀ ਪਈ ਹੈ ਤੇ ਉਹਦਾ ਨਾਮ ਹੈਗਾ ਨਾਈਟਰਾਈਟੋ -N। ਕੀ ਨਾਮ ਹੋਏਗਾ ਇਹਦਾ, पर जे ONO हो गया, बॉन्डिंग O तो होंगी पी, तेरा नाम क्या होगा, नाइट्राइटो -O। बहुत जरूरी है वाला, ठीक है। अपनी कापी लिखो, वेरी इंपॉर्टेंट। ए 2 लाइगेंड लिख लो, एक का नाम की है, यह है नाइट्राइटो O वाला है, तो यह वाला कौन है, नाइट्राइटो N वाला, ये लिख लो। तो 2 तरह के लाइगेंड साढ़े को, नाइट्राइटो O तो नाइट्राइटो N। ठीक है। तो ਇਹਦਾ नेम भी हो जाएगा हूँ, ठीक है। इद तक क्लीयर हो जाएगा, पहला देखो नेमिंग तक, ठीक है। सो नेमिंग का एक क्वेश्चन तो पक्का ही आना है, कोऑर्डिनेशन नंबर का दूसरा क्वेश्चन, फिर तीजा होएगा साढ़े को कोऑर्डिनेशन नंबर तो बाद नेमिंग वाला, फिर ऑक्सीडेशन नंबर वाला। 3 क्वेश्चन पक्के होंगे ना, 3 नंबर च अगर एक पाएंगे ना तो नाल फिर एक अद्धी चीज़ होर भी पूछेंगे, फिर स्ट्रक्चर भी पूछेंगे,
ਜੇ ਆਕਟਾਹੈਡਰਾ ਦਾ ਡਰਾ ਵੀ ਕਰਕੇ ਦਿਖਾਓ ਪ੍ਰੋਪਰ ਓਰੀਐਂਟੇਸ਼ਨ ਦੇ ਨਾਲ, ਠੀਕ ਹੈ। ਐ ਨਹੀਂ ਕਿ ਲਕੀਰਾਂ ਮਾਰ ਕੇ ਆਏ ਨਹੀਂ, ਪ੍ਰੋਪਰ ਦੱਸਣਾ ਕਿਹੜੇ ਸੇਮ ਪਲੇਨ 'ਚ ਕਿਹੜੇ ਆਊਟ ਆਫ ਪਲੇਨ 'ਚ ਹੈਗੇ, ਠੀਕ ਹੈ, ਤਾਂ ਨੰਬਰ ਮਿਲਦੇ ਜੇ, ਠੀਕ ਹੈ। ਸੋ ਇੱਥੇ ਤੱਕ ਕਰਦੇ ਹਾਂ, ਬਾਕੀ ਅਸੀਂ ਕੱਲ੍ਹ ਕਰਾਂਗੇ।